सुखमणि सुख अमृत प्रभ नाम भगत जना के मन विसराम। प्रभु की उस्तत करो दिन रात, प्रभु की उस्तत करो दिन रात। सहत आवो सास गिरा, सहत आवो सास गिरा। प्रभु की उस्तत करो दिन रात, प्रभु की उस्तत करो दिन रात। सब कट तिस के ओह करने हार, सब कट तिस के ओह करने हार। सदा सदा तिसको नमस्कार, सदा सदा तिसको नमस्कार। तिसहत आवो सास गिरा, तिसहत आवो सास गिरा। प्रभु की उस्तत करो दिन रात, प्रभु की उस्तत करो दिन रात। सब किछ वरतै तिसका किया, सब किछ वरतै तिसका किया। जैसा करे तैसा को दिया, जैसा करे तैसा को दिया। अपना खेल आप करने हार, अपना खेल आप करने हार। दूसर कौन कहे विचार, दूसर कौन कहे विचार। तिसहत आवो सास गिरा, तिसहत आवो सास गिरा। प्रभु की उस्तत करो दिन रात, प्रभु की उस्तत करो दिन रात। जिसनो कृपा करे तिस आपन नाम दे, जिसनो कृपा करे तिस आपन नाम दे। बड़ भागी नानक जन से, बड़ भागी नानक जन से। तिसहत आवो सास गिरा, तिसहत आवो
ਗਿਰਾਸ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਸਹਿਤ ਆਵੋ ਸਾਸ ਗਿਰਾਸ ਤੇ ਸਹਿਤ ਆਵੋ ਸਾਸ ਗਿਰਾਸ ਪ੍ਰਭ ਕੀ ਉਸਤਤ ਕਰੋ ਦਿਨ ਰਾਤ 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 ਕਰੋ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਸੁਖਮਨੀ ਸਾਹਿਬ ਜੀ ਦੀ ਵਿਚਾਰ ਵਿੱਚ ਆਪਾਂ ਪਿਛਲੇ ਐਪੀਸੋਡ ਅੰਦਰ ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਟਪਦੀ ਔਰ ਪਹਿਲੇ 4 ਪਦੇ ਜੋ ਸਨ ਉਹਨਾਂ ਦੀ ਵਿਚਾਰ ਕੀਤੀ ਸੀ। ਰਹਿੰਦੇ 4 ਪਦਿਆਂ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਆਓ ਸਾਰੇ ਇੱਕ ਵਾਰ ਮਨੋਬਿਰਤੀਆਂ ਇਕਾਗਰ ਕਰਦੇ ਹਾਂ। ਪਿਆਰ ਸਹਿਤ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 4 ਪਦਿਆਂ ਅੰਦਰ ਸਤਿਗੁਰਾਂ ਨੇ ਜੋ ਸੋਝੀ ਸਾਨੂੰ ਬਖਸ਼ੀ ਕਿ ਸੰਤ ਦੇ ਨਿੰਦਕ, ਸੰਤ ਦੇ ਦੋਖੀ, ਇਹਨਾਂ ਨੂੰ ਦੁਨੀਆ ਦੇ ਅੰਦਰ ਨਾ ਕੋਈ ਮਾਣ ਸਤਿਕਾਰ ਹੈ, ਨਾ ਇਹਨਾਂ ਦੀ ਜ਼ਿੰਦਗੀ ਅੰਦਰ ਕੋਈ ਟਿਕਾ ਬਣ ਪਾਉਂਦਾ ਹੈ। ਸਾਰੀ ਜ਼ਿੰਦਗੀ ਵਿਲਕਦਿਆਂ, ਸਾਰੀ ਜ਼ਿੰਦਗੀ ਦੁੱਖ ਭੋਗਦਿਆਂ ਨਿਕਲਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹਦੇ ਨਾਲ ਜੇ ਕਿਤੇ ਕਿਰਪਾਲੂ ਸੰਤ, ਦਇਆ ਦਾ ਘਰ ਸੰਤ ਉਹ ਦਇਆ ਵਿੱਚ ਆ ਜਾਏ ਤੇ ਉਹ ਇਹੋ ਜਿਹੇ ਦੁਖੀਆਂ ਨੂੰ, ਇਹੋ ਜਿਹੇ ਨਿੰਦਕਾਂ ਨੂੰ ਵੀ ਬਖਸ਼ ਦਿੰਦਾ ਹੈ। ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ, ਖਾਸ ਕਰ ਇਹ 13ਵੀਂ ਅਸ਼ਟਪਦੀ ਜਿਹਦੇ ਵਿੱਚ ਗੁਰੂ ਦੇ ਪਿਆਰੇ ਸੰਤ ਜਨਾਂ ਦੀ ਗੱਲ ਗੁਰੂ ਪੰਜਵੇਂ ਪਾਤਸ਼ਾਹ ਨੇ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਕਿੰਨਾ ਕੁ ਵੱਡਾ ਕੋਈ ਨਿੰਦਕ ਕਿਉਂ ਨਾ ਹੋਏ, ਕਿੰਨਾ ਵੀ ਪਾਪ ਕਮਾਉਣ ਵਾਲਾ, ਸੰਤਾਂ ਨਾਲ ਵੈਰ ਕਮਾਉਣ ਵਾਲਾ ਹੋਏ, ਪਰ ਸੰਤ ਜਨ ਉਹਨਾਂ ਦਾ ਸੁਭਾਅ ਐਸਾ ਹੈ ਕਿ ਜੇ ਉਹ ਚਾਹਣ ਤੇ ਉਹ ਇਹਨੂੰ ਢੋਈ ਵੀ ਦੇ ਸਕਦੇ ਹੈ, ਇਹਦੇ ਗੁਨਾਹ ਵੀ ਬਖਸ਼ ਸਕਦੇ ਹੈ ਤੇ ਇਹਨੂੰ ਆਪਣੇ ਅੰਦਰ ਅਭੇਦ ਵੀ ਕਰ ਸਕਦੇ, ਭਾਵ ਕਿ ਆਪਣੇ ਵਰਗਾ ਵੀ ਬਣਾ ਸਕਦੇ ਹੈ ਜੇ ਉਹ ਦਇਆ ਦੇ ਘਰ ਵਿੱਚ ਆ ਜਾਣ। ਅੱਜ 5ਵੇਂ ਪਦੇ ਦੀ ਸ਼ੁਰੂਆਤ ਸਤਿਗੁਰਾਂ ਨੇ ਕੀਤੀ ਕਿ ਸੰਤ ਕਾ ਦੋਖੀ ਅਦ ਬੀਚ ਤੇ ਟੂਟੈ, ਸੰਤ ਕਾ ਦੋਖੀ ਕਿਤੈ ਕਾਜ ਨਾ ਪਹੁੰਚੈ। ਸਤਿਗੁਰੂ ਜੀ ਕਹਿੰਦੇ ਸੰਤ ਦੇ ਦੋਖੀ, ਸੰਤਾਂ ਦੀ ਨਿੰਦਿਆ ਕਰਨ ਵਾਲੇ ਜਿਹੜੇ ਸੰਤਾਂ ਦੇ ਦੋਖੀ ਨੇ, ਉਹਨਾਂ ਲੋਕਾਂ ਦਾ ਕੋਈ ਵੀ ਕਾਰਜ ਸਿਰੇ ਨਹੀਂ ਚੜ ਪਾਉਂਦਾ। ਅਦ ਬੀਚ ਤੇ ਟੁੱਟੇ ਦਾ ਭਾਵ ਹੀ ਇਹ ਹੈ ਕਿ ਉਹਦਾ ਦਾ ਹਰੇਕ ਕਾਰਜ ਉਹ ਅਧੂਰਾ ਰਹਿ ਜਾਂਦਾ ਹੈ, ਅੱਧ ਵਾਟੇ ਰਹਿ ਜਾਂਦਾ ਹੈ, ਭਾਵ ਕਿ ਕੋਈ ਵੀ ਕਾਰਜ ਸਰ ਨਹੀਂ ਹੁੰਦਾ, ਸਿਰੇ ਨਹੀਂ ਲੱਗਦਾ। ਅਗਲੀਆਂ ਪੰਕਤੀਆਂ 'ਚ ਸਤਿਗੁਰੂ ਜੀ ਕਹਿੰਦੇ ਸੰਤ ਕੇ ਦੋਖੀ ਕੋ ਉਦਿਆਨ ਪਰਮਾਈਐ। ਸੰਤ ਕੇ ਦੋਖੀ ਕੋ ਉਦਿਆਨ ਪਰਮਾਈਐ ਦਾ ਭਾਵ ਇਹ ਹੈ ਕਿ ਸੰਤ ਨਾਲ ਵੈਰ ਕਮਾਉਣ ਵਾਲੇ, ਸੰਤਾਂ ਦੇ ਦੋਖੀ ਜਨ, ਉਹ ਇਸ ਸੰਸਾਰ 'ਚ ਰਹਿੰਦਿਆਂ ਜ਼ਿੰਦਗੀ ਐਵੇਂ ਬਤੀਤ ਕਰਦੇ ਹੈ ਜਿਵੇਂ ਜੰਗਲ ਦੇ ਅੰਦਰ ਭਟਕ ਚੁੱਕਾ ਮਨੁੱਖ, ਜੰਗਲ ਦੇ ਅੰਦਰ ਰਸਤਾ ਖੁੰਝ ਚੁੱਕਾ ਮਨੁੱਖ ਵਿਆਕੁਲ ਹੁੰਦਾ ਹੈ, ਪਰੇਸ਼ਾਨ ਹੁੰਦਾ ਹੈ। ਉਵੇਂ ਹੀ ਇਹ ਸੰਤ ਦੇ ਦੋਖੀ ਜਨ ਇਸ ਸੰਸਾਰ ਦੇ ਵਿੱਚ ਦੁੱਖ ਪਾਉਂਦੇ ਹੈ। ਉਦਿਆਨ ਜਾਂ ਜੰਗਲ, ਉਹਦੀ ਉਦਾਹਰਨ ਸਤਿਗੁਰਾਂ ਨੇ ਲੈ ਕੇ ਗੱਲ ਸਮਝਾਈ ਕਿ ਜਿਵੇਂ ਜੰਗਲ ਹੈ, ਉਹ ਦੇਖਣ ਨੂੰ ਸਾਰਾ ਹੀ ਇੱਕੋ ਜਿਹਾ ਲੱਗਦਾ ਹੈ। ਜਿੰਨੇ ਪੇੜ ਪੌਦੇ ਰਾਹ ਨੇ ਉਹ ਸਾਰੇ ਦੇ ਸਾਰੇ ਇੱਕੋ ਜਿਹੇ ਨੇ। ਜੇ ਕੋਈ ਜਾਣੂ ਹੋਏ ਜਾਂ ਕਿਸੇ ਨੂੰ ਚੰਗਾ ਗਾਈਡ ਮਿਲ ਜਾਏ ਤੇ ਹੋ ਸਕਦਾ ਹੈ ਕਿ ਉਹ ਇਨਸਾਨ ਆਪਣੀ ਮੰਜ਼ਿਲ ਤੇ ਪਹੁੰਚ ਜਾਏ। ਅਦਰਵਾਈਜ਼ ਕੋਈ ਵੀ ਇਨਸਾਨ ਜਿਹੜਾ ਨਵਾਂ ਹੈ, ਜਿਹਨੂੰ ਜੰਗਲ ਦੇ ਭੇਦ ਪਤਾ ਨਹੀਂ, ਜਿਹਨੂੰ ਜੰਗਲ ਦੇ ਰਾਹ ਨਹੀਂ ਪਤਾ, ਉਹ ਇਨਸਾਨ ਕਿੰਨਾ ਵੀ ਜ਼ੋਰ ਲਾ ਲਏ, ਅਗਰ ਇੱਕ ਵਾਰ ਉਹ ਆਪਣੇ ਰਸਤੇ ਤੋਂ ਖੁੰਝ ਗਿਆ ਤੇ ਉਹ ਸਾਰੇ ਜੰਗਲ ਨੂੰ ਛਾਣ ਮਾਰੇਗਾ ਪਰ ਸਹੀ ਰਸਤਾ ਨਹੀਂ ਲੱਭ ਸਕਦਾ।
ਉਹਦਾ ਕਾਰਨ ਹੀ ਇਹ ਹੈ ਕਿ ਜੰਗਲ ਜਿੰਨਾ ਵੀ ਹੈ ਉਹ ਸਾਰੇ ਦਾ ਸਾਰਾ ਇੱਕੋ ਜਿਹਾ ਹੀ ਨਜ਼ਰ ਆਉਂਦਾ ਹੈ, ਉਹਦੇ ਅੰਦਰ ਰਸਤਾ ਲੱਭਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਸੰਤ ਤੇ ਦੁਖੀ ਹੈ, ਜਦੋਂ ਉਹ ਨਿੰਦਿਆ ਵਾਲੇ ਰਾਹ ਤੇ ਤੁਰ ਪੈਣ, ਅਸਲੀ ਮਾਰਗ ਤੋਂ ਖੁੰਝ ਜਾਣ, ਤੇ ਉਹ ਵੀ ਇਸ ਸੰਸਾਰ ਦੇ ਅੰਦਰ ਕਦੇ ਇੱਧਰ ਭਟਕਦੇ ਕਦੇ ਉੱਧਰ ਭਟਕ ਲੈਂਦੇ ਹੈ, ਪਰ ਉਹਨਾਂ ਨੂੰ ਕਦੇ ਸਹੀ ਰਸਤਾ ਪ੍ਰਾਪਤ ਨਹੀਂ ਹੁੰਦਾ ਤੇ ਉਹ ਉਵੇਂ ਹੀ ਦੁੱਖ ਪਾਉਂਦੇ ਹੈ ਜਿਵੇਂ ਜੰਗਲ ਦੇ ਅੰਦਰ ਰਸਤਾ ਖੁੰਝ ਚੁੱਕਾ ਮਨੁੱਖ ਦੁੱਖ ਪਾਉਂਦਾ ਹੈ। ਅਗਲੀਆਂ ਪੰਕਤੀਆਂ 'ਚ ਸਤਿਗੁਰੂ ਜੀ ਕਹਿੰਦੇ ਕਿ ਸੰਤ ਕਾ ਦੁਖੀ ਉੱਜੜ ਪਾਈ ਹੈ। ਉੱਜੜ ਦਾ ਅਰਥ ਹੁੰਦਾ ਹੈ ਗਲਤ ਰਾਹ। ਦੋ ਸ਼ਬਦ ਨੇ, ਇੱਕ ਹੈ ਮਾਰਗ। ਮਾਰਗ ਉਹ ਰਸਤਾ ਹੈ ਜਿਹਦੇ ਤੇ ਚੱਲ ਕੇ ਇਨਸਾਨ ਆਪਣੀ ਮੰਜ਼ਿਲ ਤੇ ਪੁੱਜ ਗਿਆ, ਸਹੀ ਰਸਤਾ। ਤੇ ਉਜੜੇ ਪੈ ਜਾਣ ਦਾ ਭਾਵ ਹੁੰਦਾ ਹੈ ਕਿ ਕੋਈ ਇਨਸਾਨ ਜਿਹੜਾ ਰਸਤਾ ਭਟਕ ਜਾਏ। ਹੁਣ ਕਈ ਵਾਰ ਹੁੰਦਾ ਕੀ ਹੈ ਕਿ ਰਸਤਾ ਭਟਕ ਚੁੱਕਾ ਮਨੁੱਖ ਸਹੀ ਰਾਹ ਤੇ ਚੱਲ ਰਹੇ ਮਨੁੱਖ ਨਾਲੋਂ ਵੀ ਜ਼ਿਆਦਾ ਸਫ਼ਰ ਕਰ ਲੈਂਦਾ ਹੈ, ਪਰ ਪਹੁੰਚਦਾ ਕਿਧਰੇ ਨਹੀਂ, ਕਿਉਂਕਿ ਉਹਨੇ ਰਸਤਾ ਗਲਤ ਚੁਣਿਆ ਹੋਇਆ ਹੈ। ਸਹੀ ਰਸਤਾ ਉਹ ਇਨਸਾਨ ਨੇ ਅਪਣਾਇਆ ਹੈ, ਥੋੜੀ ਦੇਰ ਬਾਅਦ ਸਫ਼ਰ ਕੀਤਾ ਹੈ, ਥੋੜੀ ਮੁਸ਼ਕਲ ਵੀ ਹੋ ਸਕਦਾ ਸਫ਼ਰ ਚਾਹੇ, ਪਰ ਉਹ ਮੰਜ਼ਿਲ ਤੇ ਪੁੱਜ ਜਾਏਗਾ। ਪਰ ਜਿਹੜਾ ਇਨਸਾਨ ਉਜੜੇ ਪੈ ਜਾਏ, ਜਿਹੜਾ ਇਨਸਾਨ ਰਸਤਾ ਖੁੰਝ ਜਾਏ, ਉਹ ਜਿੰਨਾ ਮਰਜ਼ੀ ਹੱਥ ਪੈਰ ਮਾਰ ਲਏ, ਉਹ ਆਮ ਇਨਸਾਨ ਦੇ ਨਾਲੋਂ, ਸਹੀ ਰਾਹ ਤੇ ਚੱਲ ਰਹੇ ਇਨਸਾਨ ਦੇ ਨਾਲੋਂ ਸਫ਼ਰ ਵੀ ਕਿਤੇ ਵੱਧ ਕਰੇਗਾ, ਪਰ ਪਹੁੰਚੇਗਾ ਵੀ ਕਿਧਰੇ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਇਹੋ ਜਿਹੀ ਹਾਲਤ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਿਆਂ ਦੀ ਹੁੰਦੀ ਹੈ। ਉਹ ਆਪਣੇ ਵੱਲੋਂ ਤੇ ਬਹੁਤ ਜ਼ੋਰ ਲਾਉਂਦੇ ਆ ਨਿੰਦਣ ਦਾ, ਉਹਨਾਂ ਨੂੰ ਬੁਰਾ ਕਹਿਣ ਦਾ, ਪਰ ਹੁੰਦਾ ਕੀ ਹੈ ਕਿ ਉਹਦੇ ਨਾਲ ਉਹ ਆਪਣਾ ਨੁਕਸਾਨ ਕਰ ਬੈਠਦੇ ਹੈ। ਉਹ ਸਾਰੀ ਜ਼ਿੰਦਗੀ ਗਲਤ ਰਸਤੇ ਤੇ ਤੁਰਦਿਆਂ, ਸਾਰੀ ਜ਼ਿੰਦਗੀ ਨਿੰਦਿਆ ਦੇ ਰਾਹ ਤੇ ਤੁਰਦਿਆਂ ਹੀ ਕੱਢ ਦਿੰਦੇ ਆ। ਜ਼ਿੰਦਗੀ 'ਚ ਸੁੱਖ ਉਹਨਾਂ ਨੂੰ ਵੀ ਕਿਧਰੇ ਪ੍ਰਾਪਤ ਨਹੀਂ ਹੁੰਦਾ। ਸਤਿਗੁਰਾਂ ਅੱਗੇ ਕਿਰਪਾ ਕੀਤੀ ਕਿ ਸੰਤ ਕਾ ਦੁਖੀ ਅੰਤਰ ਤੇ ਥੋਥਾ। ਥੋਥੇ ਦਾ ਅਰਥ ਹੁੰਦਾ ਹੈ ਖਾਲੀ। ਸਤਿਗੁਰੂ ਜੀ ਕਹਿੰਦੇ ਸੰਤ ਕਾ ਨਿੰਦਕ ਜਾਂ ਸੰਤ ਦਾ ਦੁਖੀ, ਉਹ ਅੰਦਰੋਂ ਥੋਥਾ ਰਹਿ ਜਾਂਦਾ ਹੈ, ਭਾਵ ਕਿ ਚੰਗੇ ਦੈਵੀ ਗੁਣ, ਸ਼ੁਭ ਗੁਣ ਉਹਦੀ ਜ਼ਿੰਦਗੀ 'ਚ ਨਹੀਂ ਆ ਪਾਉਂਦੇ, ਤੇ ਉਹ ਇਨਸਾਨ ਮਾੜੇ ਗੁਣਾ ਹੋਣ ਕਰਕੇ ਅੰਦਰੋਂ ਥੋਥਾ ਜਾਂ ਖਾਲੀ ਰਹਿ ਜਾਂਦਾ ਹੈ। ਉਹਦੇ ਵਿੱਚ ਧਾਰਮਿਕ ਚਿੰਨ੍ਹ ਕੋਈ ਨਹੀਂ ਹੈ, ਉਹਦੇ ਅੰਦਰ ਧਾਰਮਿਕ ਗੁਣ ਕੋਈ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਉਹਦੀ ਹਾਲਤ ਕੈਸੀ ਹੈ, ਜੋ ਸਾਸ ਬਿਨਾ ਮਿਰਤਕ ਕੀ ਲੋਥਾ। ਲੋਥ ਦਾ ਅਰਥ ਸਭ ਨੂੰ ਪਤਾ ਹੈ, ਡੈਡ ਬੋਡੀ, ਲਾਸ਼। ਸਤਿਗੁਰੂ ਜੀ ਕਹਿੰਦੇ ਕਿ ਜਿਵੇਂ ਕੋਈ ਇਨਸਾਨ ਚੜ੍ਹਾਈ ਕਰ ਜਾਏ, ਉਹਦਾ ਸਰੀਰ ਉੱਥੇ ਪਿਆ, ਉਹਦੇ ਅੰਦਰ ਹਿਲਜੁਲ ਕੋਈ ਨਹੀਂ ਹੈ। ਕਿਉਂ? ਕਿਉਂਕਿ ਉਹਦੇ ਅੰਦਰੋਂ ਉਹ ਰੱਬੀ ਜੋਤ ਨਿਕਲ ਗਈ। ਹੁਣ ਉਹ ਸਰੀਰ ਮਿੱਟੀ ਦੀ ਢੇਰੀ ਹੈ ਉਵੇਂ ਹੀ ਹੈ। ਚੰਗਾ ਤਗੜਾ ਕਿਸੇ ਦਾ ਸਰੀਰ ਹੈ, ਸਰੀਰ ਉਵੇਂ ਹੀ ਹੈ, ਸਿਰਫ ਜੋਤ ਨਾ ਹੋਣ ਕਰਕੇ ਉਹਦੇ ਵਿਚਲੀ ਕਿਰਿਆ ਖਤਮ ਹੋ ਗਈ, ਉਹਦੀ ਐਕਟੀਵਿਟੀ ਖਤਮ ਹੋ ਗਈ। ਸਤਿਗੁਰੂ ਜੀ ਕਹਿੰਦੇ ਜਿਹੜੇ ਨਿੰਦਕ ਨੇ, ਜਿਹੜੇ ਦੋਖੀ ਨੇ, ਉਹ ਵੀ ਲੋਕਾਂ ਨੂੰ ਚੱਲਦੇ ਫਿਰਦੇ ਨਜ਼ਰ ਆ ਸਕਦੇ ਹੈ, ਪਰ ਅੰਦਰ ਮਨੁੱਖੀ ਗੁਣ, ਅੰਦਰ ਚੰਗੇ ਗੁਣ ਨਾ ਹੋਣ ਕਰਕੇ ਉਹਨਾਂ ਦਾ ਲਾਭ ਵੀ ਦੁਨੀਆ ਨੂੰ ਕੋਈ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ ਮੇਰੀਆਂ ਨਜ਼ਰਾਂ ਦੇ ਅੰਦਰ ਤੇ ਉਹ ਮਨੁੱਖ ਵੀ ਲਾਸ਼ ਵਰਗੇ ਹੈ, ਡੈਡ ਬੋਡੀ ਵਰਗੇ ਹੀ ਹੈ, ਕਿਉਂਕਿ ਉਹਨਾਂ ਦਾ ਦੁਨੀਆ ਨੂੰ ਲਾਭ ਹੀ ਕੋਈ ਨਹੀਂ, ਕਿਸੇ ਦੇ ਜਦ ਕੰਮ ਹੀ ਨਹੀਂ ਆਉਣਾ। ਤੇ ਇਹੋ ਜਿਹੇ ਮਨੁੱਖ ਦਾ ਸਰੀਰ ਜਿੰਨਾ ਮਰਜ਼ੀ ਤਗੜਾ ਹੋਏ, ਜਿੰਨਾ ਮਰਜ਼ੀ ਉਹ ਆਪਣੇ ਆਪ ਨੂੰ ਸਿਆਣਾ ਸਮਝੇ, ਜੇ ਕਿਸੇ ਦਾ ਭਲਾ ਨਹੀਂ ਕੀਤਾ, ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਹਾਲਤ ਉਹੀ ਹੈ ਜਿਵੇਂ ਸਾਸ ਤੋਂ ਬਗੈਰ ਮ੍ਰਿਤਕ ਦੀ ਜਾਂ ਇੱਕ ਲਾਸ਼ ਦੀ ਹਾਲਤ ਹੁੰਦੀ ਹੈ। ਗੁਰੂ ਸਾਹਿਬ ਨੇ ਅੱਗੇ ਕਿਰਪਾ ਕੀਤੀ ਕਿ ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ। ਹੁਣ ਜੜ ਕਿਛੁ ਨਾਹਿ ਦਾ ਭਾਵ ਹੈ ਕਿ ਨਾਮ ਸਿਮਰਨ ਦੇ ਨਾਲ, ਰੱਬੀ ਇਬਾਦਤ ਦੇ ਨਾਲ ਇਨਸਾਨ ਦੀ ਜੜ ਲੱਗਦੀ, ਭਾਵ ਕਿ ਨੇਕ ਕਮਾਈ ਦੀ ਜੜ ਲੱਗਦੀ ਹੈ। ਪਰ ਜੇਕਰ ਉਹਨੇ ਇਹ ਕਾਰਜ ਕੀਤੇ ਹੀ ਨਹੀਂ ਤੇ ਉਹਦੀ ਜੜ ਕੋਈ ਨਹੀਂ, ਉਹਦੇ ਜੀਵਨ 'ਚ ਸਥਿਰਤਾ, ਉਹਦੇ ਜੀਵਨ ਅੰਦਰ ਸਹਿਜ ਜਾਂ ਟਿਕਾ ਕੋਈ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ ਕਿ ਇਹੋ ਜਿਹਾ ਮਨੁੱਖ ਫਿਰ ਜੜ ਤੋਂ ਬਗੈਰ ਰਹਿ ਜਾਂਦਾ ਹੈ। ਕਦੋਂ ਉਹਨੇ ਇਸ ਜਗ੍ਹਾ ਨੂੰ ਛੱਡ ਕੇ ਕਿਧਰੇ ਹੋਰ ਚਲੇ ਜਾਣਾ ਹੈ, ਕਦੋਂ ਕਿਹਦਾ ਪੁਜਾਰੀ ਬਣ ਜਾਣਾ ਹੈ, ਕਦੋਂ ਕਿਹਦੀ ਪੂਜਾ ਕਰਨ ਲੱਗ ਜਾਣਾ ਹੈ, ਕੋਈ ਨਹੀਂ ਜਾਣਦਾ। ਕਿਉਂਕਿ ਜਿਹੜਾ ਸਿਮਰਨ, ਜਿਹੜੀ ਭਗਤੀ ਸਾਨੂੰ ਟਿਕਾ ਦਿੰਦੀ ਹੈ, ਜੜ ਦਿੰਦੀ ਹੈ, ਉਹ ਇਸ ਨਿੰਦਕ ਦੀ ਜ਼ਿੰਦਗੀ ਵਿੱਚ ਆਇਆ ਹੀ ਨਹੀਂ। ਸਤਿਗੁਰੂ ਜੀ ਨੇ ਅੱਗੇ ਕਿਰਪਾ ਕੀਤੀ ਕਿ ਆਪਨ ਬੀਜ ਆਪੇ ਹੀ ਖਾਹੇ, ਪਰ ਇਹਦੇ ਅੰਦਰ ਕਿਸੇ ਦੂਜੇ ਦਾ ਦੋਸ਼ ਕੋਈ ਨਹੀਂ। ਜੇ ਉਹਦੀ ਨੇਕ ਕਮਾਈ ਦੀ
ਚੰਗੇ ਕਰਮਾਂ ਦੀ ਜੜ ਨਹੀਂ ਲੱਗੀ ਤੇ ਕਿਸੇ ਦੂਜੇ ਦਾ ਕੋਈ ਦੋਸ਼ ਨਹੀਂ, ਕਿਉਂਕਿ ਉਹਨੇ ਸਾਰੀ ਜ਼ਿੰਦਗੀ ਜੋ ਬੀਜਿਆ, ਸਾਰੀ ਜ਼ਿੰਦਗੀ ਜੋ ਉਹਨੇ ਕਮਾਈ ਕੀਤੀ ਆ, ਉਹੋ ਜਿਹਾ ਹੀ ਫਲ ਉਹਨੂੰ ਪ੍ਰਾਪਤ ਹੋਣਾ ਹੈ। ਅਸਲ ਵਿੱਚ ਸਤਿਗੁਰੂ ਜੀ ਕਹਿੰਦੇ ਕਿ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜੁਨਾ, ਜੈਸਾ ਬੀਜੈ ਸੋ ਲੁਣੈ। ਕਰਮਾਂ ਸੰਧੜਾ ਖੇਤ ਵਾਲੀ ਗੱਲ ਹੈ ਕਿ ਜੋ ਕੁਝ ਬੀਜਿਆ ਅੰਤ ਨੂੰ ਵੱਢਣਾ ਉਹੀ ਪੈਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਕਿ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ। ਔਰ ਇਹ ਵੀ ਸੱਚਾਈ ਹੈ ਕਿ ਜਿਹੜਾ ਸੰਤਾਂ ਦਾ ਨਿੰਦਕ ਹੋਏ, ਜਿਹੜਾ ਸੰਤਾਂ ਦਾ ਦੋਖੀ ਹੋਏ, ਉਹਨੂੰ ਸਿਵਾਏ ਸੰਤਾਂ ਤੋਂ ਦੂਜਾ ਕੋਈ ਰੱਖਣ ਹਾਰ ਵੀ ਨਹੀਂ ਹੈ। ਕਿਸੇ ਕੋਲ ਏਡੀ ਤਾਕਤ ਨਹੀਂ ਕਿ ਉਹ ਸੰਤ ਦੀ ਨਿੰਦਿਆ ਕਰਨ ਵਾਲੇ, ਸੰਤਾਂ ਤੋਂ ਧਰਕਾਰੇ ਹੋਏ ਲੋਕਾਂ ਨੂੰ ਕੋਈ ਥਾਂ ਦੇ ਸਕੇ, ਕੋਈ ਟਿਕਾਣਾ ਦੇ ਸਕੇ। ਪਰ ਸਤਿਗੁਰੂ ਜੀ ਨੇ ਗੱਲ ਮੁਕਾਈ, ਨਾਨਕ ਸੰਤ ਭਾਏ ਤਾਂ ਲਏ ਉਭਾਰ। ਸਤਿਗੁਰੂ ਜੀ ਕਹਿੰਦੇ ਕਿ ਨਾਨਕ ਸੰਤ ਭਾਵੇ ਤਾਂ ਲਏ ਉਭਾਰ। ਜੇ ਕਿਧਰੇ ਉਹ ਮਾਲਕ ਨਦਰ ਕਰਦੇ ਸੰਤਾਂ ਨੂੰ ਉਹ ਇਨਸਾਨ ਚੰਗਾ ਲੱਗ ਜਾਏ, ਇੰਨੇ ਦੋਖ ਹੋਣ ਦੇ ਬਾਵਜੂਦ ਵੀ, ਤੇ ਸਤਿਗੁਰੂ ਜੀ ਕਹਿੰਦੇ ਸੰਤ ਜਨ ਉਹਨੂੰ ਉਭਾਰ ਲੈਂਦੇ ਨੇ, ਭਾਵ ਕਿ ਉਹਨੂੰ ਇਸ ਭਵ ਸਾਗਰ ਤੋਂ ਪਾਰ ਕਰ ਦਿੰਦੇ ਨੇ। ਅਗਲੇ ਪਦੇ 'ਚ ਸਤਿਗੁਰਾਂ ਦੀ ਰਹਿਮਤ ਹੋਈ ਕਿ ਸੰਤ ਕਾ ਦੁਖੀ ਇਉਂ ਬਿਲਲਾਏ, ਜੋ ਜਲ ਬਿਹੂਨ ਮਛਲੀ ਤੜਫੜਾਏ। ਬਿਲਲਾਏ ਦਾ ਅਰਥ ਹੁੰਦਾ ਹੈ ਵਿਲਕਣਾ। ਸਤਿਗੁਰੂ ਜੀ ਕਹਿੰਦੇ ਸੰਤਾਂ ਦਾ ਦੁਖੀ ਉਹ ਐਵੇਂ ਵਿਲਕਦਾ ਹੈ। ਹੁਣ ਵਿਲਕਦਾ ਕਿਉਂ ਹੈ? ਕਿਉਂਕਿ ਉਹਦੀ ਜ਼ਿੰਦਗੀ ਦੇ ਅੰਦਰ ਇੱਕ ਮਕਸਦ ਬਣ ਗਿਆ ਹੈ ਕਿ ਮੈਂ ਰੱਬੀ ਪਿਆਰਿਆਂ ਦੀ ਨਿੰਦਿਆ ਹੀ ਕਰਨੀ ਹੈ। ਨਿੰਦਣ ਦੀ ਕੋਸ਼ਿਸ਼ ਕਰਦਾ ਹੈ, ਆਪਣਾ ਜ਼ੋਰ ਤੇ ਬਹੁਤ ਲਾਉਂਦਾ ਹੈ, ਪਰ ਜਦੋਂ ਉਹ ਜ਼ੋਰ ਕਿਧਰੇ ਚੱਲਦਾ ਨਹੀਂ, ਉਹਦਾ ਅਸਰ ਨਹੀਂ ਹੁੰਦਾ ਉਹਦੀ ਕਈ ਗੱਲ ਦਾ, ਤੇ ਉਹਦੀ ਜ਼ਿੰਦਗੀ ਵਿੱਚ ਫਿਰ ਵਿਲਕਣਾ ਹੀ ਰਹਿ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਵਿਲਕਦਾ ਵੀ ਕਿਵੇਂ ਹੈ? ਜਿਵੇਂ ਮੱਛੀ ਪਾਣੀ ਤੋਂ ਬਗੈਰ ਤੜਫਦੀ ਹੈ, ਉਸੇ ਤਰ੍ਹਾਂ ਹੀ ਇਹ ਇਨਸਾਨ, ਸੰਤਾਂ ਦੀ ਨਿੰਦਿਆ ਕਰਨ ਵਾਲਾ ਇਨਸਾਨ ਵਿਲਕਦਾ ਜਾਂ ਤੜਫਦਾ ਹੈ। ਸਤਿਗੁਰੂ ਜੀ ਕਹਿੰਦੇ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ। ਇਹ ਪੰਕਤੀ ਪੜਨ ਲੱਗਿਆ ਜਦੋਂ ਇਹਦਾ ਪਾਠ ਕਰਨਾ ਹੈ ਤੇ ਖਾਸ ਖਿਆਲ ਰਹੇ ਕਿ ਇਹਦਾ ਵਿਸ਼ਰਾਮ ਬੜਾ ਜ਼ਰੂਰੀ ਹੈ, ਨਹੀਂ ਤੇ ਅਰਥ ਉਲਟ ਹੋ ਜਾਣਗੇ। ਸਤਿਗੁਰੂ ਜੀ ਨੇ ਜੋ ਗੱਲ ਸਮਝਾਈ ਉਹ ਇਹ ਹੈ ਕਿ ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ। ਪਰ ਜੇ ਆਪਾਂ ਤੇਜ਼ ਪੜਨ ਦੀ ਕੋਸ਼ਿਸ਼ ਕਰਦੇ ਹਾਂ, ਇਹਨੂੰ ਪੜ ਜਾਾਂਗੇ ਕਿ ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ, ਉਹਦਾ ਅਰਥ ਇਹ ਬਣ ਜਾਏਗਾ ਕਿ ਸੰਤ ਕਾ ਦੋਖੀ ਭੁੱਖਾ ਨਹੀਂ ਰੱਜ ਜਾਂਦਾ, ਜਦ ਕਿ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਕਿ ਸੰਤ ਕਾ ਦੋਖੀ ਭੁੱਖਾ। ਇੱਥੇ ਆ ਕੇ ਰੁਕਾਂਗੇ ਕਿ ਸੰਤ ਦਾ ਦੋਖੀ ਸਦਾ ਭੁੱਖਾ ਹੀ ਰਹਿ ਜਾਂਦਾ ਹੈ, ਨਹੀਂ ਰਾਜੈ, ਕਦੇ ਰੱਜਦਾ ਨਹੀਂ ਹੈ। ਹੁਣ ਇਹ ਭੁੱਖ ਸਾਡੇ ਸਰੀਰ ਨੂੰ ਲੱਗਣ ਵਾਲੀ ਭੁੱਖ ਕੋਈ ਨਹੀਂ, ਸਵਾਦਲਾ ਭੋਜਨ ਬਣਿਆ ਹੋਏ ਭੁੱਖ ਲੱਗੀ ਹੈ। ਇਨਸਾਨ ਨੇ ਰੱਜ ਕੇ ਇੱਕ ਵਾਰ ਪ੍ਰਸ਼ਾਦਾ ਛਕ ਲਿਆ ਤੇ ਅਗਲੇ ਕਈ ਘੰਟਿਆਂ ਤੱਕ ਇਨਸਾਨ ਨੂੰ ਪ੍ਰਸ਼ਾਦੇ ਦੀ ਲੋੜ ਨਹੀਂ ਹੈ। ਜੇਕਰ ਕੋਈ ਜ਼ਬਰਦਸਤੀ ਵੀ ਖਵਾਉਣਾ ਚਾਹੇ ਕੀਮਤੀ ਤੋਂ ਕੀਮਤੀ ਭੋਜਨ, ਸਵਾਦਲੇ ਤੋਂ ਸਵਾਦਲਾ ਭੋਜਨ ਰੱਜੇ ਹੋਏ ਮਨੁੱਖ ਦੇ ਅੱਗੇ ਰੱਖਾਂਗੇ ਤੇ ਉਹ ਉਹਦੇ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦੇਗਾ। ਕਾਰਨ ਕੀ? ਕਿਉਂਕਿ ਉਹਦਾ ਪੇਟ ਭਰ ਚੁੱਕਾ ਹੈ, ਹੁਣ ਖਾਣ ਦੀ ਲੋੜ ਨਹੀਂ, ਜ਼ਬਰਦਸਤੀ ਕੀਤੀ ਜਾ ਰਹੀ ਹੈ, ਇਸ ਕਰਕੇ ਉਹ ਚੰਗੇ ਸਵਾਦਲੇ ਭੋਜਨ ਦੀ ਵੀ ਨਿੰਦਿਆ ਕਰੇਗਾ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਸੰਤ ਦਾ ਨਿੰਦਕ ਹੈ, ਬਾਹਰੀ ਭੋਜਨ ਕੋਈ ਵੀ ਖਾਏ ਉਹ ਰੱਜੇਗਾ, ਇਹ ਰੂਲ ਹੈ ਸਾਡੀ ਜ਼ਿੰਦਗੀ ਦਾ, ਰੱਬ ਦੇ ਬਣਾਏ ਸਿਧਾਂਤ ਨੇ। ਪਰ ਜਿਹੜਾ ਸੰਤਾਂ ਦਾ ਦੋਖੀ ਹੈ ਉਹ ਮਨ ਕਰਕੇ, ਭਾਵ ਕਿ ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਕਦੇ ਸ਼ਾਂਤ ਨਹੀਂ ਹੁੰਦੀ। ਜੋ ਕੁਝ ਉਹ ਮਰਜ਼ੀ ਪ੍ਰਾਪਤ ਕਰ ਲਏ ਉਹ ਸਦਾ ਹੀ ਭੁੱਖਾ ਰਹਿੰਦਾ ਹੈ। ਸਤਿਗੁਰਾਂ ਨੇ ਜਿਹੜੀ ਗੱਲ ਜਪਜੀ ਸਾਹਿਬ ਸਮਝਾਈ ਨਾ ਕਿ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਉੱਥੇ ਵੀ ਸਤਿਗੁਰੂ ਜੀ ਇਹੀ ਗੱਲ ਸਮਝਾ ਰਿਹਾ ਹੈ ਕਿ ਪੁਰੀਆਂ ਭਾਵ ਕੇ ਸਾਰੇ ਹੀ ਭਵਨਾਂ ਦੇ ਪਦਾਰਥਾਂ ਦੀਆਂ ਪੰਡਾ ਬਣ ਕੇ ਅੱਗੇ ਰੱਖ ਦਈਏ ਤਾਂ ਵੀ ਭੁੱਖਾ ਇਨਸਾਨ ਰੱਜ ਨਹੀਂ ਸਕਦਾ, ਭਾਵ ਕਿ ਤ੍ਰਿਸ਼ਨਾ ਦੇ ਅਧੀਨ ਮਨੁੱਖ ਨੂੰ ਰੱਜ ਨਹੀਂ ਆ ਸਕਦਾ। ਇੱਥੇ ਵੀ ਸਤਿਗੁਰੂ ਜੀ ਉਹੀ ਗੱਲ ਸਮਝਾਉਂਦੇ ਕਿ ਸੰਤ ਦਾ ਦੋਖੀ ਜਿਹੜਾ ਤ੍ਰਿਸ਼ਨਾ ਵਿੱਚ ਲਿਪਤ ਹੋਇਆ ਪਿਆ, ਉਹਨੂੰ ਜੋ ਕੋਈ ਮਰਜ਼ੀ ਦੇਈ ਜੇ, ਉਹ ਕਦੇ ਨਹੀਂ ਕਹੇਗਾ ਕਿ ਮੈਂ ਹੁਣ ਰੱਜ ਗਿਆ, ਮੈਨੂੰ ਹੋਰ ਧਨ ਦੌਲਤ ਨਹੀਂ ਚਾਹੀਦੀ, ਉਹ ਸਦਾ ਭੁੱਖਾ ਹੀ ਰਹੇਗਾ। ਸਤਿਗੁਰਾਂ ਨੇ ਅੱਗੇ ਕਿਰਪਾ ਕੀਤੀ, ਜਿਉਂ ਪਾਵਕ ਇੰਧਨ ਨਹੀਂ ਤਰਾਪੈ। ਸਤਿਗੁਰੂ ਜੀ ਨੇ ਇਹ ਉਦਾਹਰਨ ਦਿੱਤੀ ਹੈ ਕਿ ਸੰਤਾਂ ਦਾ ਦੁਖੀ ਉਵੇਂ ਹੀ ਭੁੱਖਾ ਰਹਿੰਦਾ ਹੈ ਜਿਵੇਂ ਅੱਗ ਈਂਧਣ ਨਾਲ ਜਾਂ ਬਾਲਣ ਦੇ ਨਾਲ ਨਹੀਂ ਰੱਜਦੀ।
ਅੱਗ ਦੇ ਵਿੱਚ ਜਿੰਨਾ ਮਰਜ਼ੀ ਆਪਾਂ ਬਾਲਣ ਸੁੱਟ ਦਈਏ, ਉਹ ਕਦੇ ਨਹੀਂ ਕਹੇਗੀ ਕਿ ਮੈਂ ਰੱਜ ਗਈ। ਸਮਾਂ ਜਿਵੇਂ ਜਿਵੇਂ ਉਹਦੇ ਵਿੱਚ ਬਾਲਣ ਸੁੱਟਿਆ ਜਾਏਗਾ, ਇੰਧਨ ਸੁੱਟਿਆ ਜਾਏਗਾ, ਉਹ ਉਨੀ ਪ੍ਰਚੰਡ ਹੁੰਦੀ ਜਾਏਗੀ। ਸਤਿਗੁਰੂ ਜੀ ਨੇ ਉਹੀ ਗੱਲ ਸਮਝਾਈ ਭਾਈ ਕਿ ਜਿਵੇਂ ਅੱਗ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਮੈਨੂੰ ਹੋਰ ਕੁਝ ਨਹੀਂ ਸਾੜਨਾ ਜਾਂ ਮੈਨੂੰ ਹੋਰ ਚੀਜ਼ ਦੀ ਲੋੜ ਨਹੀਂ, ਉਹ ਜਿਵੇਂ ਜਿਵੇਂ ਉਹਦੇ ਤੇ ਤੇਲ ਪਏਗਾ, ਬਾਲਣ ਪਏਗਾ, ਉਹ ਹੋਰ ਪ੍ਰਚੰਡ ਹੋਏਗੀ। ਉਸੇ ਤਰ੍ਹਾਂ ਸਾਡੇ ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਵੀ ਇਦਾਂ ਦਾ ਹੀ ਕੰਮ ਕਰਦੀ। ਜਿੰਨੇ ਜ਼ਿਆਦਾ ਪਦਾਰਥ ਮਿਲਣਗੇ ਉਨਾ ਹੀ ਜ਼ਿਆਦਾ ਉਹ ਹੋਰ ਪ੍ਰਚੰਡ ਹੁੰਦੀ ਜਾਏਗੀ, ਵੱਧਦੀ ਜਾਏਗੀ। ਤੇ ਉਹ ਬਿਰਤੀ ਦੀ ਗੱਲ ਸਤਿਗੁਰੂ ਜੀ ਕਹਿੰਦੇ ਕਿ ਜਿੰਨਾ ਮਰਜ਼ੀ ਕੋਈ ਜੋੜ ਕੇ ਨਿੰਦਕ ਨੂੰ ਦੇ ਦੇ, ਉਹ ਕਦੇ ਨਹੀਂ ਰੱਜੇਗਾ, ਕਦੇ ਨਹੀਂ ਕਹੇਗਾ ਮੈਨੂੰ ਹੋਰ ਨਹੀਂ ਚਾਹੀਦਾ, ਉਹ ਸਦਾ ਭੁੱਖਾ ਹੀ ਰਹੇਗਾ। ਸਤਿਗੁਰਾਂ ਨੇ ਅੱਗੇ ਕਿਰਪਾ ਕੀਤੀ ਹੈ ਕਿ ਸੰਤ ਕਾ ਦੁਖੀ ਛੁਟੇ ਅਕੇਲਾ, ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸਤਿਗੁਰਾਂ ਨੇ ਜੋ ਕਿਰਪਾ ਅੱਗੇ ਕੀਤੀ ਕਿ ਛੁਟੇ ਅਕੇਲਾ, ਸੰਤ ਦਾ ਦੁਖੀ ਉਹ ਇਕੱਲਿਆ ਹੀ ਰਹਿ ਜਾਂਦਾ ਹੈ ਇਸ ਸੰਸਾਰ ਅੰਦਰ ਵੀ, ਤੇ ਰੱਬ ਦੀ ਦਰਗਾਹ ਅੰਦਰ ਵੀ ਉਹਦਾ ਕੋਈ ਸਾਥ ਦੇਣ ਵਾਲਾ ਨਹੀਂ ਹੈ। ਸੇਮ ਉਸੇ ਤਰ੍ਹਾਂ ਜਿਵੇਂ ਤਿਲਾਂ ਦੀ ਖੇਤੀ ਕਿਸਾਨ ਕਰੇ ਤੇ ਤਿਲਾਂ ਦੇ ਅੰਦਰ ਜਿਹੜੇ ਬੂਟੇ ਐਸੇ ਵੀ ਉੱਗ ਪੈਂਦੇ ਜਿਨ੍ਹਾਂ ਦੇ ਵਿੱਚ ਤਿਲ ਨਹੀਂ ਹੁੰਦੇ, ਖਾਲੀ ਰਹਿ ਜਾਂਦੇ ਆ। ਕਿਸਾਨ ਉਹਨਾਂ ਬੂਟਿਆਂ ਨੂੰ ਆਪਣੇ ਘਰ ਨਹੀਂ ਲੈ ਕੇ ਜਾਂਦਾ, ਕਿਸਾਨ ਉਹਨਾਂ ਨੂੰ ਖੇਤ ਵਿੱਚ ਹੀ ਛੱਡ ਜਾਂਦਾ ਹੈ। ਭਾਵ ਕਿ ਖਸਮ ਆਪਣਾ ਬਣਾਉਂਦਾ ਹੀ ਨਹੀਂ ਹੈ ਉਹਨਾਂ ਤਿਲਾਂ ਦੇ ਬੂਟਿਆਂ ਨੂੰ, ਤੇ ਉਹ ਉੱਥੇ ਇਕੱਲੇ ਰਹਿ ਜਾਂਦੇ ਆ। ਸੰਤ ਦਾ ਨਿੰਦਕ ਦੁਨੀਆ ਦੇ ਅੰਦਰ ਰੱਬ ਦੇ ਘਰ ਅੰਦਰ ਇਕੱਲਾ ਰਹਿ ਜਾਂਦਾ ਹੈ। ਆਸਾ ਕੀ ਵਾਰ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਪੌੜੀ ਦੇ ਨਾਲ ਜੋ ਸਾਡੇ ਤੇ ਕਿਰਪਾ ਕੀਤੀ ਨਾ, ਜੋ ਪਹਿਲੀ ਪੌੜੀ ਆਸਾ ਕੀ ਵਾਰ ਉਹਦੇ ਨਾਲ ਜੋ ਸ਼ਲੋਕ ਉਚਾਰੇ, ਉਹਦੇ ਵਿੱਚ ਜਿਹੜਾ ਤੀਜਾ ਸ਼ਲੋਕ ਹੈ, ਸਤਿਗੁਰੂ ਜੀ ਕਹਿੰਦੇ ਨਾਨਕ ਗੁਰੂ ਨਾ ਚੇਤਣੀ, ਮਨ ਆਪਣੇ ਸੁਚੇਤ, ਛੁਟੈ ਤਿਲ ਬੁਆੜ ਜਿਉ ਜੋ ਸੁੰਝੈ ਅੰਦਰ ਖੇਤ, ਖੇਤੈ ਅੰਦਰ ਛੁਟਿਆ, ਕਹੁ ਨਾਨਕ ਸੋਨਾ, ਫਲੀਏ ਫੁਲੀਏ ਬੱਪੜੇ ਪੀਤਨ ਵਿੱਚ ਸੁਆ। ਸੇਮ ਉਹੀ ਗੱਲ ਗੁਰੂ ਪੰਜਵੇਂ ਪਾਤਸ਼ਾਹ ਜੀ ਇੱਥੇ ਕਰ ਰਹੇ ਨੇ ਕਿ ਭਾਈ ਸੰਤ ਦਾ ਜਿਹੜਾ ਦੁਖੀ ਹੈ ਉਹ ਛੁਟੈ ਅਕੇਲਾ, ਭਾਵ ਸਦਾ ਹੀ ਇਕੱਲਾ ਰਹਿੰਦਾ ਹੈ। ਰੱਬ ਦੇ ਘਰ ਅੰਦਰ ਵੀ ਉਹ ਇਕੱਲਾ ਹੀ ਹੈ, ਉਹਦੀ ਦਰਗਾਹ 'ਚ ਵੀ ਇਕੱਲਾ ਹੀ ਹੈ, ਇਸ ਸੰਸਾਰ ਤੇ ਵੀ ਉਹਦਾ ਸਾਥੀ ਕੋਈ ਨਹੀਂ ਬਣਦਾ। ਉਹ ਉੱਦਾਂ ਹੀ ਹੁੰਦਾ ਹੈ ਕਿ ਜਿਵੇਂ ਤਿਲਾਂ ਦੀ ਖੇਤੀ ਕਰਨ ਵਾਲਾ ਕਿਸਾਨ, ਜਿਨ੍ਹਾਂ ਤਿਲਾਂ ਦੇ ਅੰਦਰ, ਜਿਨ੍ਹਾਂ ਬੂਟਿਆਂ ਅੰਦਰ ਤਿਲ ਪੈ ਜਾਣ, ਜੋ ਕੰਮ ਦੇ ਬੂਟੇ ਹੈ ਉਹਨਾਂ ਨੂੰ ਘਰ ਲੈ ਜਾਂਦਾ, ਜਿਹੜੇ ਨਕੰਮੇ ਬੂਟੇ ਨੇ ਉਹਨਾਂ ਨੂੰ ਉੱਥੇ ਖੇਤ ਵਿੱਚ ਹੀ ਛੱਡ ਜਾਂਦਾ, ਉਹਨਾਂ ਦੀ ਬਾਂਹ ਨਹੀਂ ਫੜਦਾ। ਸਤਿਗੁਰਾਂ ਨੇ ਅੱਗੇ ਕਿਰਪਾ ਕੀਤੀ ਕਿ ਸੰਤ ਕਾ ਦੁਖੀ ਧਰਮ ਤੇ ਰਹਿਤ, ਧਰਮੀ ਬਣਨ ਤੋਂ ਵਾਂਝਾ ਰਹਿ ਜਾਂਦਾ ਹੈ ਸੰਤ ਦਾ ਦੁਖੀ। ਇਹ ਬੜੀ ਸਾਫ਼ ਜੀ ਗੱਲ ਹੈ ਕਿ ਧਰਮ ਦੀ ਕਮਾਈ ਕਰਨ ਵਾਸਤੇ ਸਭ ਤੋਂ ਪਹਿਲਾਂ ਇਨਸਾਨ ਦੇ ਮਨ ਅੰਦਰ ਦਇਆ ਚਾਹੀਦੀ ਹੈ। ਜੇ ਦਇਆ ਨਹੀਂ ਉਪਜੀ ਤੇ ਇਨਸਾਨ ਕਦੇ ਧਰਮੀ ਵੀ ਨਹੀਂ ਬਣ ਸਕਦਾ। ਇਹੀ ਹਾਲਤ ਨਿੰਦਕਾਂ ਦੀ, ਦੁਖੀਆਂ ਦੀ ਹੁੰਦੀ ਹੈ। ਉਹ ਸਾਰੀ ਜ਼ਿੰਦਗੀ ਪਾਪ ਕਮਾਉਂਦੇ ਹੈ, ਧਰਮ ਵਾਲੇ ਪੱਖ ਤੋਂ ਉਹ ਵਾਂਝੇ ਹੀ ਰਹਿ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਮਿਥਿਆ ਦਾ ਅਰਥ ਹੁੰਦਾ ਝੂਠ ਬੋਲਣਾ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਸੰਤ ਦਾ ਨਿੰਦਕ ਹੈ ਉਹ ਸਾਰੀ ਜ਼ਿੰਦਗੀ ਮਿਥਿਆ ਭਾਵ ਕਿ ਝੂਠ ਹੀ ਬੋਲਦਾ ਕੱਢ ਦਿੰਦਾ ਹੈ। ਤੇ ਸਤਿਗੁਰੂ ਜੀ ਨੇ ਇਹੀ ਗੱਲ ਸਾਨੂੰ ਸਮਝਾਈ ਕਿ ਉਹਦੀ ਜ਼ਿੰਦਗੀ ਵਿੱਚ ਸੱਚਾਈ ਨਹੀਂ ਹੈ, ਸੱਚ ਨਹੀਂ ਹੈ ਉਹਦੀ ਜ਼ਿੰਦਗੀ 'ਚ। ਕਿਉਂਕਿ ਸੱਚ ਦੇ ਨਾਲ, ਸੱਚੇ ਰੱਬ ਦੇ ਨਾਲ ਉਹ ਜੁੜਿਆ ਨਹੀਂ, ਤੇ ਇਸ ਕਰਕੇ ਸਾਰੀ ਜ਼ਿੰਦਗੀ ਉਹ ਜੋ ਵੀ ਬੋਲਦਾ ਹੈ ਉਹ ਝੂਠ ਬੋਲਦਾ ਹੈ, ਮਿਥਿਆ ਬੋਲਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਕਿਰਤ ਨਿੰਦਕ ਕਾ ਧੁਰ ਹੀ ਪਿਆ। ਤੇ ਕਿਰਤ ਦਾ ਅਰਥ ਹੁੰਦਾ ਸਾਡੇ ਕੀਤੇ ਕਰਮਾਂ ਦਾ ਫਲ, ਤੇ ਜੋ ਕੁਝ ਫਿਰ ਉਹਨੇ ਕਮਾਇਆ ਹੁੰਦਾ ਹੈ, ਜਿਹੜੇ ਜਿਹੋ ਜਿਹੇ ਕਰਮ ਉਹਨੇ ਕੀਤੇ ਹੁੰਦੇ ਨੇ, ਸਤਿਗੁਰੂ ਜੀ ਕਹਿੰਦੇ ਉਹੋ ਜਿਹਾ ਹੀ ਸੁਭਾਅ ਉਹਦਾ ਬਣ ਜਾਂਦਾ ਹੈ। ਤੇ ਰੱਬ ਧੁਰ ਦਰਗਾਹੋਂ ਫਿਰ ਉਵੇਂ ਦੇ ਹੀ ਲੇਖ ਉਹਦੇ ਲਿਖ ਜਾਂਦਾ ਹੈ। ਨਾਨਕ ਜੋ ਤਿਸ ਭਾਵੈ ਸੋਈ ਥਿਆ। ਤੇ ਅੰਤ ਨੂੰ ਸਤਿਗੁਰੂ ਜੀ ਕਹਿੰਦੇ ਜੋ ਵੀ ਉਸ ਮਾਲਕ ਨੂੰ ਭਾਉਂਦਾ ਹੈ, ਜੋ ਉਹਨੂੰ ਚੰਗਾ ਲੱਗਦਾ ਹੈ, ਅੰਤ ਨੂੰ ਭਾਈ ਉਹੀ ਹੁੰਦਾ ਹੈ, ਉਹੀ ਇਸ ਸੰਸਾਰ ਤੇ ਵਾਪਰਦਾ ਹੈ। ਸਤਿਗੁਰਾਂ ਨੇ ਅੱਗੇ ਕਿਰਪਾ ਕੀਤੀ ਕਿ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ। ਵਿਗੜ ਰੂਪ ਦਾ ਅਰਥ ਹੁੰਦਾ ਹੈ ਵਿਗੜਿਆ ਰੂਪ, ਭ੍ਰਿਸ਼ਟਿਆ ਹੋਇਆ ਚਿਹਰਾ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਸੰਤਾਂ ਦਾ ਦੁਖੀ ਹੈ ਉਹ ਇਨਸਾਨ ਦਾ ਜਿਹੜਾ ਰੂਪ ਹੈ ਉਹ ਵਿਗੜ ਰੂਪ ਬਣ ਜਾਂਦਾ ਹੈ, ਭਾਵ ਕਿ ਵਿਗੜੇ ਰੂਪ ਵਾਲਾ, ਵਿਗੜੇ ਸਰੂਪ ਵਾਲਾ, ਭ੍ਰਿਸ਼ਟਿਆ ਹੋਇਆ ਉਹ ਬਣ ਜਾਂਦਾ ਹੈ।
ਕਿਉਂ? ਕਿਉਂਕਿ ਇਹੋ ਜਿਹੇ ਮਨੁੱਖ ਦਾ ਇਹ ਨਹੀਂ ਹੈ ਕਿ ਉਹਦਾ ਕੋਈ ਮੂੰਹ ਵਿੰਗਾ ਟੇਢਾ ਹੋ ਜਾਂਦਾ ਹੈ। ਇੱਥੇ ਸਤਿਗੁਰੂ ਜੀ ਕਹਿੰਦੇ ਕਿ ਉਹਦੀ ਜਿਹੜੀ ਅੰਤਰਾਤਮਾ ਹੈ ਨਾ, ਉਹ ਅੰਦਰੋਂ ਭ੍ਰਿਸ਼ਟੀ ਜਾਂਦੀ ਹੈ, ਭਾਵ ਕਿ ਉਹ ਇਨਸਾਨ ਪਾਪੀ ਬਣ ਜਾਂਦਾ ਹੈ। ਤੇ ਇਹੋ ਜਿਹੇ ਇਨਸਾਨ ਦੇ ਕੋਈ ਮੱਥੇ ਲੱਗਣਾ ਚਾਹੁੰਦਾ ਨਹੀਂ। ਇਸ ਕਰਕੇ ਜਿਵੇਂ ਭ੍ਰਿਸ਼ਟਿਆ ਹੋਇਆ ਇਨਸਾਨ ਉਹ ਦੁਨੀਆ 'ਚ ਦੁੱਖ ਪਾਉਂਦਾ ਹੈ, ਇਹ ਭ੍ਰਿਸ਼ਟੇ ਹੋਏ ਮਨ ਵਾਲੇ ਦੁਖੀ ਵੀ ਦੁਨੀਆ ਦੀ ਸੰਗਤ ਤੋਂ, ਦੁਨੀਆ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ, ਕਿਉਂਕਿ ਇਹਨਾਂ ਨੂੰ ਕੋਈ ਵੀ ਅਪਣਾਉਣਾ ਨਹੀਂ ਚਾਹੁੰਦਾ, ਕੋਈ ਵੀ ਇਹਨਾਂ ਦੇ ਨਾਲ ਮਿਲਣਾ ਜੁਲਣਾ ਨਹੀਂ ਚਾਹੁੰਦਾ। ਸਤਿਗੁਰਾਂ ਨੇ ਕਿਰਪਾ ਕੀਤੀ ਕਿ ਸੰਤ ਕੇ ਦੋਖੀ ਕੋ ਦਰਗਾਹ ਮਿਲੈ ਸਜਾਏ। ਸੰਤ ਦੇ ਦੋਖੀ ਨੂੰ ਰੱਬ ਦੇ ਘਰ ਅੰਦਰ ਉਹਦੇ ਇਸ ਸੰਸਾਰ ਵਿੱਚ ਕੀਤੇ ਹੋਏ ਕਰਮਾਂ ਦੀ ਸਜ਼ਾ ਵੀ ਮਿਲਦੀ ਹੈ। ਇਹੀ ਕਾਰਨ ਕਿ ਸੋਹਿਲਾ ਸਾਹਿਬ ਦੀ ਬਾਣੀ ਇੱਕ ਸਿੱਖ ਹਰ ਰੋਜ਼ ਪੜ੍ਹਦਾ ਹੈ। ਗੁਰੂ ਸਾਹਿਬ ਹਰ ਰੋਜ਼ ਉਹਦੇ ਵਿੱਚ ਕਿਰਪਾ ਕਰਦੇ ਨੇ ਸਾਡੇ ਤੇ ਕਿ ਭਾਈ ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇਹ ਮੌਕਾ ਹੈ, ਇਹ ਸੰਸਾਰ ਸਾਡੇ ਕੋਲ, ਇੱਥੇ ਇਹੋ ਜਿਹੇ ਕਰਮ ਖੱਟ ਕੇ ਜਾਈਏ, ਇਹੋ ਜਿਹੇ ਕੰਮ ਕਰਕੇ ਜਾਈਏ, ਰੱਬ ਦੇ ਘਰ 'ਚ ਵਸਣਾ ਸੁਹੇਲਾ ਹੋ ਜਾਏ, ਸੌਖਾ ਹੋ ਜਾਏ। ਪਰ ਜੇ ਇਦਾਂ ਨਹੀਂ ਕੀਤਾ ਤੇ ਸਤਿਗੁਰੂ ਜੀ ਕਹਿੰਦੇ ਕਿ ਸੰਤ ਕੇ ਦੋਖੀ ਕੋ ਦਰਗਾਹ ਮਿਲੈ ਸਜਾਏ। ਸੰਤ ਦੇ ਦੋਖੀ ਨੂੰ ਭਾਈ ਰੱਬ ਦੇ ਘਰ ਅੰਦਰ ਫਿਰ ਸਜ਼ਾ ਮਿਲਦੀ ਹੈ। ਸੰਤ ਕਾ ਦੋਖੀ ਸਦਾ ਸਹਿਕਾਈ ਹੈ, ਸੰਤ ਕਾ ਦੋਖੀ ਨਾ ਮਰੇ ਨਾ ਜੀਵਾਈ ਹੈ। ਸਹਿਕਾਈ ਹੈ, ਸਹਿਕਾਈਏ ਦਾ ਅਰਥ ਹੁੰਦਾ ਸਹਿਕਣਾ। ਇਹ ਪੰਜਾਬੀ ਭਾਸ਼ਾ ਦਾ ਸ਼ਬਦ ਹੈ, ਥੋੜਾ ਜਿਹਾ ਪੁਰਾਣਾ ਸ਼ਬਦ ਹੈ ਜਿਹੜਾ ਹੌਲੀ ਹੌਲੀ ਇਸ ਆਪਣੀ ਭਾਸ਼ਾਵਾਂ ਵਿੱਚੋਂ, ਸਾਡੀ ਨਿਤ ਦੀ ਬੋਲ ਚਾਲ ਦੀ ਬੋਲੀ ਚੋਂ ਗਾਇਬ ਹੁੰਦਾ ਜਾ ਰਿਹਾ। ਪਰ ਸਹਿਕਦੇ ਦਾ ਅਰਥ ਹੁੰਦਾ ਹੈ ਉਹ ਜੀਵ ਜਾਂ ਉਹ ਮਨੁੱਖ ਜਿਹੜਾ ਨਾ ਮਰਿਆ ਹੋਵੇ ਨਾ ਜਿੰਦਾ ਹੋਵੇ, ਭਾਵ ਕਿ ਮੌਤ ਦੇ ਨੇੜੇ ਹੋਵੇ ਪਰ ਅਜੇ ਉਹਨੂੰ ਮੌਤ ਆਈ ਨਹੀਂ ਹੈ, ਉਹਨੂੰ ਕਹਿੰਦੇ ਵੀ ਹਜੇ ਸਹਿਕਦਾ ਹੈ, ਭਾਵ ਹਜੇ ਵਿੱਚ ਸਾਹ ਲੈ ਰਿਹਾ, ਪੂਰੀ ਤਰ੍ਹਾਂ ਇਹਨੂੰ ਮੌਤ ਨਹੀਂ ਆਈ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤ ਦੇ ਨਿੰਦਕ ਨੇ ਉਹਨਾਂ ਦੀ ਜ਼ਿੰਦਗੀ ਵੀ ਐਵੇਂ ਦੀ ਹੋ ਜਾਂਦੀ ਹੈ। ਉਹ ਨਾ ਤਾਂ ਉਹਨਾਂ ਦੀ ਗਿਣਤੀ ਜਿਉਂਦਿਆਂ 'ਚ ਹੁੰਦੀ ਹੈ, ਨਾ ਉਹਨਾਂ ਦੀ ਗਿਣਤੀ ਮਰਿਆ 'ਚ ਹੁੰਦੀ ਹੈ। ਉਹ ਵਿੱਚ ਵਿਚਾਲੇ ਜੇ ਬਣ ਕੇ ਰਹਿ ਜਾਂਦੇ ਨੇ, ਭਾਵ ਕਿ ਉਹਨਾਂ ਦੀ ਜ਼ਿੰਦਗੀ ਦੇ ਨਾਲ ਵੀ ਇਨਸਾਨ ਨੂੰ ਕੋਈ ਮਤਲਬ ਨਹੀਂ। ਉਹ ਜੀਂਦੇ ਨੇ, ਕਿਸੇ ਨੂੰ ਪਰਵਾਹ ਨਹੀਂ, ਜੇ ਚਲੇ ਜਾਣ ਤੇ ਤਾਂ ਵੀ ਕਿਸੇ ਨੂੰ ਕੋਈ ਗਮ ਨਹੀਂ। ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਮੌਤ ਕਿਸੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀ। ਜਿਹੜਾ ਇਨਸਾਨ ਸੰਤਾਂ ਦਾ, ਗੁਰੂ ਦੇ ਪਿਆਰਿਆਂ ਦਾ ਨਿੰਦਕ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਸੰਤ ਕੇ ਦੋਖੀ ਕੀ ਪੂਜੈ ਨਾ ਆਸਾ, ਸੰਤ ਕਾ ਦੋਖੀ ਉੱਠ ਚਲੇ ਨਿਰਾਸਾ। ਸਤਿਗੁਰੂ ਜੀ ਕਹਿੰਦੇ ਕਿ ਸੰਤਾਂ ਦੇ ਨਿੰਦਕ ਦੀ ਕੋਈ ਵੀ ਆਸ, ਉਹਦੀ ਕੋਈ ਮਨੋਕਾਮਨਾ, ਉਹਦੀ ਕੋਈ ਚਾਹਨਾ ਪੂਰੀ ਨਹੀਂ ਹੁੰਦੀ। ਉੱਠ ਚਲੇ ਨਿਰਾਸ਼ਾ ਦਾ ਭਾਵ ਇਹ ਹੈ ਕਿ ਉਹ ਇਸ ਸੰਸਾਰ ਤੋਂ ਜਿਵੇਂ ਦੇ ਆਏ, ਆ ਕੇ ਨਿੰਦਿਆ ਵਿੱਚ ਪੈ ਗਏ ਤੇ ਅੰਤ ਨੂੰ ਇਹ ਪੂਰੀ ਜ਼ਿੰਦਗੀ ਨਿੰਦਿਆ ਕਰਦਿਆਂ ਹੋਇਆ ਗਵਾ ਕੇ, ਇੱਥੋਂ ਨਿਰਾਸ਼ ਹੋ ਕੇ, ਇੱਥੋਂ ਦੁਖੀ ਹੋ ਕੇ ਉੱਠ ਜਾਂਦੇ ਨੇ, ਭਾਵ ਕਿ ਚਲੇ ਜਾਂਦੇ ਨੇ, ਇੱਥੋਂ ਚਲਾਣਾ ਕਰ ਜਾਂਦੇ ਨੇ ਉਹ ਦੁਖੀ ਹੋ ਕੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਸੰਤ ਕੇ ਦੁਖ ਨ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਸਤਿਗੁਰਾਂ ਨੇ ਕਿਰਪਾ ਸਾਡੇ ਤੇ ਕੀਤੀ ਹੈ ਕਿ ਇਨਸਾਨ ਜੋ ਸੰਤਾਂ ਦਾ ਦੁਖੀ ਹੈ, ਜਿਹੜਾ ਉਹਨਾਂ ਦੇ ਨਾਲ ਵੈਰ ਕਮਾਉਂਦਾ ਹੈ, ਉਹ ਕਦੇ ਤ੍ਰਿਸ਼ਟਦਾ ਨਹੀਂ ਹੈ। ਤ੍ਰਿਸ਼ਟਦਾ ਦਾ ਅਰਥ ਹੁੰਦਾ ਰੱਜ ਜਾਣਾ, ਭਾਵ ਕਿ ਉਹਦੀ ਜ਼ਿੰਦਗੀ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਰੱਜ, ਕੋਈ ਉਹਦੀ ਜ਼ਿੰਦਗੀ ਦੇ ਅੰਦਰ ਟਿਕਾ, ਉਹਦੀ ਜ਼ਿੰਦਗੀ 'ਚ ਸੁੱਖ ਕਿਸੇ ਵੀ ਤਰ੍ਹਾਂ ਦਾ ਨਹੀਂ। ਉਹ ਕਦੇ ਨਹੀਂ ਰੱਜਦਾ, ਉਹ ਸਦਾ ਧਿਆਇਆ ਭੁੱਖਾ ਹੀ ਰਹਿ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜੈਸਾ ਭਾਵੈ ਤੈਸਾ ਕੋਈ ਹੋਏ। ਤੇ ਜੋ ਜਿਹਨੂੰ ਭਾਉਂਦਾ ਹੈ, ਜਿਵੇਂ ਦੇ ਉਹ ਕਰਮ ਕਰਦਾ ਹੈ, ਫਿਰ ਉਵੇਂ ਦਾ ਹੀ ਬਣ ਕੇ ਰਹਿ ਜਾਂਦਾ। ਜਿਵੇਂ ਜਿਵੇਂ ਦੇ ਕਰਮ ਇਨਸਾਨ ਕਮਾਉਂਦਾ ਹੈ, ਉਵੇਂ ਉਵੇਂ ਦਾ ਉਹਦਾ ਸੁਭਾਅ ਬਣਦਾ ਜਾਂਦਾ ਹੈ। ਤੇ ਉਹੀ ਸੁਭਾਅ ਇੱਕ ਦਿਨ ਕਰਮਾਂ 'ਚ ਤਬਦੀਲ ਹੋ ਕੇ ਉਹੀ ਇਨਸਾਨ ਦੀ ਨੀਅਤੀ ਬਣ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਪਾਇਆ ਕਿਰਤ ਨਾ ਮੇਟੈ ਕੋਏ, ਜੈਸਾ ਭਾਵੈ ਨਾਨਕ ਜਾਣੇ ਸੱਚਾ ਸੋਏ। ਪਾਇਆ ਕਿਰਤ ਨਾ ਮੇਟੈ ਕੋਏ। ਤੇ ਜੋ ਕੁਝ ਉਹਦਾ ਹੁਣ ਸੁਭਾਅ ਬਣ ਗਿਆ, ਜੋ ਕੁਝ ਉਹਨੇ ਆਪਣੇ ਮੰਦੇ ਕਰਮਾਂ ਦੀ ਕਮਾਈ ਕੀਤੀ ਹੈ ਹੁਣ ਤੱਕ, ਸਤਿਗੁਰੂ ਜੀ ਕਹਿੰਦੇ ਉਹੀ ਇਨਸਾਨ ਨੂੰ ਅੰਤ ਵਿੱਚ ਜਾ ਕੇ ਮਿਲਦਾ ਹੈ। ਤੇ ਉਹਦੇ ਮਾੜੇ ਕਰਮਾਂ ਦਾ ਜਿਹੜਾ ਫਲ ਹੈ, ਇਹਨੂੰ ਕੋਈ ਦੂਜਾ ਮੇਟਣ ਵਾਲਾ ਵੀ ਨਹੀਂ ਹੈ, ਕਿਉਂਕਿ ਜੋ ਉਹਨੇ ਕਮਾਇਆ, ਜੋ ਉਹਨੇ ਮਾੜੇ ਕਰਮਾਂ ਦਾ ਆਪਾਂ ਕਹੀਏ ਕਿ ਇਕੱਠ ਕਰ ਲਿਆ ਆਪਣੇ ਕੋਲ, ਉਹਦਾ ਫਲ ਤੇ ਉਹਨੂੰ ਪ੍ਰਾਪਤ ਹੋਣਾ ਹੀ ਹੈ ਨਾ। ਉਹ ਦੁੱਖ ਤੇ ਉਹਨੂੰ ਭੋਗਣਾ ਹੀ ਪੈਣਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨਾਨਕ ਜਾਣੈ ਸੱਚਾ ਸੋਏ,
ਤੇ ਸਤਿਗੁਰੂ ਜੀ ਕਹਿੰਦੇ ਉਹਦਾ ਛੁਟਕਾਰਾ ਕਿਵੇਂ ਹੋ ਸਕਦਾ ਹੈ? ਇਹ ਭੇਦ ਸਿਵਾਏ ਰੱਬ ਤੋਂ ਦੂਜਾ ਕੋਈ ਜਾਣ ਨਹੀਂ ਸਕਦਾ। ਸਿਰਫ ਰੱਬ ਹੀ ਜਾਣਦਾ ਹੈ ਕਿ ਉਹਦਾ ਬਚਾਅ ਕਿਵੇਂ ਹੋ ਸਕਦਾ ਹੈ। ਸਤਿਗੁਰੂ ਜੀ ਨੇ ਅੱਗੇ ਸਾਡੇ ਤੇ ਜੋ ਕਿਰਪਾ ਕੀਤੀ ਅਗਲੇ ਪਦੇ ਅੰਦਰ, ਉਹ ਰੱਬ ਦੀ ਵਡਿਆਈ, ਰੱਬ ਦੀ ਉਸਤਤ ਹੈ ਕਿ ਸਭ ਘਟ ਤਿਸਕੈ ਉਹ ਕਰਨੇ ਹਾਰ। ਘਟ ਦਾ ਅਰਥ ਇੱਥੇ ਸਰੀਰ ਹੈ। ਸਤਿਗੁਰੂ ਜੀ ਕਹਿੰਦੇ ਕਿ ਸਾਰੇ ਸਰੀਰ ਉਸ ਰੱਬ ਦੇ ਪੈਦਾ ਕੀਤੇ ਹੋਏ ਨੇ। ਉਹ ਕਰਨੇ ਹਾਰ ਹੈ, ਸਾਰਿਆਂ ਨੂੰ ਬਣਾਉਣ ਵਾਲਾ ਉਹ ਰੱਬ ਆਪ ਹੈ। ਸਦਾ ਸਦਾ ਤਿਸ ਕੋ ਨਮਸਕਾਰ। ਤੇ ਸਤਿਗੁਰੂ ਜੀ ਕਹਿੰਦੇ ਸਾਨੂੰ ਸਦਾ ਉਸ ਰੱਬ ਨੂੰ ਨਮਸਕਾਰ ਕਰਨੀ ਚਾਹੀਦੀ ਹੈ, ਉਹਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ, ਕਿਉਂਕਿ ਉਹ ਰੱਬ ਇੰਨੀ ਸਮਰੱਥਾ ਰੱਖਦਾ ਹੈ ਕਿ ਉਹ ਕਿਸੇ ਨੂੰ ਕਦੋਂ ਵੀ ਬਣਾ ਸਕਦਾ ਹੈ, ਕਦੋਂ ਕਿਸੇ ਨੂੰ ਲੈ ਕੇ ਜਾ ਸਕਦਾ ਹੈ। ਉਹਦੀ ਆਪਣੀ ਮਰਜ਼ੀ ਹੈ, ਨਾ ਉਹਦੇ ਅੱਗੇ ਸਾਡਾ ਕੋਈ ਜ਼ੋਰ ਹੈ, ਨਾ ਸਾਡੀ ਕੋਈ ਮਰਜ਼ੀ ਚੱਲਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਜੋ ਸਮਰੱਥਾ ਵਾਲਾ ਰੱਬ ਹੈ ਭਾਈ, ਤੂੰ ਉਹਨੂੰ ਜਪਿਆ ਕਰ, ਉਹਨੂੰ ਨਮਸਕਾਰ ਕਰਿਆ ਕਰ। ਸਤਿਗੁਰਾਂ ਨੇ ਅੱਗੇ ਕਿਰਪਾ ਕੀਤੀ ਸਾਡੇ ਤੇ ਕਿ ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਵੋ ਸਾਸ ਗਿਰਾਸ। ਸਤਿਗੁਰੂ ਜੀ ਕਹਿੰਦੇ ਕਿ ਜਿਸ ਰੱਬ ਨੇ ਇਹ ਜਗਤ ਪੈਦਾ ਕੀਤਾ, ਜੋ ਕਰਨਹਾਰ ਰੱਬ ਹੈ, ਉਹਨੂੰ ਸਦਾ ਦਿਨ ਰਾਤ ਜਪਣਾ ਚਾਹੀਦਾ। ਹਰ ਵੇਲੇ ਉਹਦੀ ਯਾਦ ਸਾਡੇ ਅੰਦਰ ਬਣੀ ਰਹਿਣੀ ਚਾਹੀਦੀ ਹੈ। ਔਰ ਸਾਸ ਗਿਰਾਸ, ਹੁਣ ਸਾਸ ਦਾ ਅਰਥ ਹੁੰਦਾ ਸਾਹ ਲੈਣਾ, ਗਿਰਾਸ ਦਾ ਅਰਥ ਹੁੰਦਾ ਸਾਹ ਛੱਡਣਾ। ਭਾਵ ਕਿ ਸਾਹ ਲੈਣ ਤੇ ਸਾਹ ਛੱਡਣ ਦੇ ਜਿੰਨਾ ਸਮਾਂ ਵੀ ਉਹ ਸਾਨੂੰ ਭੁੱਲੇ ਨਾ, ਸਦਾ ਸਾਨੂੰ ਉਹ ਰੱਬ ਯਾਦ ਰਹੇ ਭਾਈ। ਇਸ ਕਰਕੇ ਸਾਸ ਗਿਰਾਸ ਕਰਦਿਆਂ ਵੀ ਉਹ ਰੱਬ ਨੂੰ ਯਾਦ ਕਰਨਾ ਚਾਹੀਦਾ। ਤੇ ਸਤਿਗੁਰੂ ਜੀ ਕਹਿੰਦੇ ਸਭ ਕੁਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ। ਸਭ ਕੁਛ ਵਰਤੇ ਤਿਸਕਾ ਕੀਆ। ਇਸ ਜਗਤ ਦੇ ਅੰਦਰ ਉਸੇ ਦੀ ਇਹ ਸਾਰੀ ਖੇਡ ਵਰਤਦੀ ਹੈ। ਉਹ ਮਾਲਕ ਦੁਨੀਆ ਦੇ ਅੰਦਰ ਕਈਆਂ ਨੂੰ ਉਹਨੇ ਚੰਗੇ ਪਾਸੇ ਲਾਇਆ ਹੋਇਆ ਹੈ, ਕਈ ਕਿਸੇ ਕਾਰਜ ਵਿੱਚ ਲੱਗੇ ਨੇ। ਕੋਈ ਗੁਰਮੁਖ ਬਣ ਗਿਆ, ਕੋਈ ਸੰਤ ਬਣ ਗਿਆ, ਕੋਈ ਪਾਪੀ ਬਣੇ, ਕੋਈ ਨਿੰਦਕ ਬਣੇ। ਇਹ ਸਾਰੀ ਰਚਨਾ ਉਹ ਰੱਬ ਦੀ ਰਚੀ ਹੋਈ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਵੇਂ ਦੀ ਖੇਡ ਉਹ ਖੇਡਣੀ ਚਾਹੁੰਦਾ ਹੈ, ਉਹ ਰੱਬ ਉਵੇਂ ਦੀ ਖੇਡ ਇਸ ਜਗਤ ਦੇ ਨਾਲ ਖੇਡਦਾ ਹੈ, ਕਿਉਂਕਿ ਸਾਰਾ ਕੁਝ ਜੋ ਵਰਤ ਰਿਹਾ ਇਹ ਉਹਦਾ ਹੀ ਕੀਤਾ ਵਰਤ ਰਿਹਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜੈਸਾ ਕਰੇ ਤੈਸਾ ਕੋ ਥੀਆ। ਤੇ ਜਿਵੇਂ ਦਾ ਉਹ ਕਰਦਾ ਹੈ, ਜੋ ਕੁਝ ਉਹ ਕਰਦਾ ਹੈ, ਅੰਤ ਨੂੰ ਉਹੀ ਕੁਝ ਇਸ ਸੰਸਾਰ ਤੇ ਵਾਪਰਦਾ ਹੈ। ਸਤਿਗੁਰਾਂ ਨੇ ਅੱਗੇ ਸਾਡੇ ਤੇ ਜੋ ਰਹਿਮਤ ਕੀਤੀ ਹੈ ਉਹ ਇਹ ਹੈ ਕਿ ਆਪਨ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਆਪਨ ਖੇਲ ਆਪ ਕਰਨੇ ਹਾਰ। ਸਤਿਗੁਰੂ ਜੀ ਕਹਿੰਦੇ ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕੇ ਮਦ ਅਲਿਪਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹੈ। ਉਹ ਮਾਲਕ ਸਾਰਿਆਂ ਨੂੰ ਪੈਦਾ ਕਰਕੇ ਉਹਨਾਂ ਦੇ ਅੰਦਰ ਬੈਠ ਕੇ ਇਸ ਜਗਤ ਦੀ ਖੇਡ ਨੂੰ ਖੇਡਦਾ ਹੈ। ਇਹ ਸਾਰਾ ਉਹਦੀ ਰਚੀ ਰਚਨਾ ਜਿਹੜੀ ਹੈ ਨਾ, ਸਤਿਗੁਰੂ ਜੀ ਕਹਿੰਦੇ ਮੈਨੂੰ ਤੇ ਇਉਂ ਲੱਗਦਾ ਕਿ ਇਹ ਪੂਰਾ ਸਮੁੱਚਾ ਬ੍ਰਹਿਮੰਡ, ਇਹਦੇ ਜੀਵ ਜੰਤੂ, ਇਹ ਰੱਬ ਦੀ ਰਚੀ ਇੱਕ ਖੇਡ ਹੈ। ਇਸ ਖੇਡ ਨੂੰ ਉਹ ਰੱਬ ਦੇਖਦਾ ਹੈ। ਤੇ ਇੱਥੇ ਵੀ ਸਤਿਗੁਰੂ ਜੀ ਉਹੀ ਕਹਿੰਦੇ ਆ ਕਿ ਉਹ ਰੱਬ ਨੇ ਇਹ ਰਚਨਾ, ਇਹ ਖੇਡ ਰਚੀ ਹੋਈ ਹੈ। ਇਹ ਰਚਨਾ ਜੋ ਹੈ ਰੱਬ ਦੇ ਭਾਣੇ ਅੰਦਰ ਆਪੋ ਆਪਣੇ ਕਾਰੇ, ਆਪੋ ਆਪਣੇ ਕੰਮਾਂ 'ਚ ਲੱਗੀ ਹੋਈ ਹੈ। ਤੇ ਨਾਲ ਹੀ ਇਹ ਵੀ ਗੱਲ ਹੈ ਕਿ ਸਤਿਗੁਰੂ ਜੀ ਕਹਿੰਦੇ ਦੂਜਾ ਐਸਾ ਕੌਣ ਹੈ ਜਿਹੜਾ ਰੱਬ ਨੂੰ ਕੋਈ ਸਲਾਹ ਦੇ ਸਕੇ ਕਿ ਤੂੰ ਇਉਂ ਨਹੀਂ ਇਉਂ ਕਰ। ਉਹ ਕੇਵਲ ਤੇ ਕੇਵਲ ਆਪ ਜਾਣਦਾ ਕਿ ਉਹਨੇ ਇਸ ਰਚੀ ਰਚਨਾ ਦੀ ਖੇਡ ਨੂੰ ਕਿਵੇਂ ਖੇਡਣਾ ਹੈ। ਤੇ ਰੱਬ ਹਰ ਰੋਜ਼ ਇਹ ਖੇਡ ਖੇਡ ਵੀ ਰਿਹਾ ਹੈ। ਸਤਿਗੁਰਾਂ ਨੇ ਅੱਗੇ ਕਿਰਪਾ ਕੀਤੀ ਸਾਡੇ ਉੱਪਰ, ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਬੜ ਭਾਗੀ, ਨਾਨਕ ਜਨ ਸੇਵ। ਜਿਹਦੇ ਤੇ ਰੱਬ ਕਿਰਪਾ ਕਰ ਦਿੰਦਾ ਹੈ, ਜਿਹਦੇ ਤੇ ਉਹਦੀ ਨਜ਼ਰ ਹੋ ਜਾਂਦੀ ਹੈ, ਰੱਬ ਉਹਨੂੰ ਆਪਣਾ ਨਾਮ ਜਪਣ ਦਾ ਬਲ ਬਖਸ਼ ਦਿੰਦਾ ਹੈ। ਰੱਬ ਆਪਣਾ ਨਾਮ ਉਹਦੇ ਪਾਸੋਂ ਜਪਾ ਲੈਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਬੜ ਭਾਗੀ ਨਾਨਕ ਜਨ ਸੇ। ਉਹ ਲੋਕ ਵਡ ਭਾਗੇ ਨੇ ਜਿਨ੍ਹਾਂ ਤੇ ਰੱਬ ਦੀ ਰਹਿਮਤ, ਰੱਬ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਰੱਬ ਦੀ ਬਖਸ਼ਿਸ਼ ਹੁੰਦੀ। ਉਹ ਇਨਸਾਨ ਇਸ ਰਚੀ ਰਚਨਾ ਦੀ ਖੇਡ ਨੂੰ ਹਰ ਰੋਜ਼ ਖੇਡਦੇ ਹੈ, ਪਰ ਅੰਤ ਦੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਸੁਖਦਾਈ ਪਲ ਹੈ, ਜੋ ਚੰਗਾ ਪਲ, ਉਹ ਇਹ ਹੈ ਕਿ ਜੇ ਰੱਬ ਨੂੰ ਚੰਗੇ ਲੱਗ ਜਾਣ, ਰੱਬ ਆਪਣੀ ਭਗਤੀ ਉਹਨਾਂ ਨੂੰ ਬਖਸ਼ ਦਿੰਦਾ ਹੈ।
ਤੇ ਜਿਨ੍ਹਾਂ ਨੂੰ ਰੱਬ ਦੀ ਭਗਤੀ ਮਿਲ ਜਾਏ ਉਹਨਾਂ ਤੋਂ ਵਡਭਾਗਾ, ਉਹਨਾਂ ਤੋਂ ਚੰਗਾ ਇਨਸਾਨ ਇਸ ਦੁਨੀਆ ਦੇ ਉੱਪਰ ਦੂਜਾ ਕੋਈ ਨਹੀਂ। ਉਹੀ ਗੱਲ ਸਤਿਗੁਰਾਂ ਨੇ ਸਾਨੂੰ ਇੱਥੇ ਸਮਝਾਈ ਕਿ ਭਾਈ ਜਿਸ ਨੂੰ ਕਿਰਪਾ ਕਰੇ ਤੇ ਸਪਨ ਨਾਮ ਦੇ। ਜੇ ਕੋਈ ਇਨਸਾਨ ਨਾਮ ਜਪਦਾ ਵੀ ਹੈ ਨਾ, ਤੇ ਕਦੇ ਮਾਣ ਨਹੀਂ ਕਰਨਾ ਚਾਹੀਦਾ। ਸਮਾਂ ਇਹ ਸੋਚਣਾ ਚਾਹੀਦਾ ਜੇ ਮੈਨੂੰ ਭਗਤੀ ਦੀ ਦਾਤ, ਨਾਮ ਜਪਣ ਦੀ ਦਾਤ ਮਿਲੀ ਹੈ ਤੇ ਉਹ ਰੱਬ ਦੀ ਰਜ਼ਾ ਸੀ, ਰੱਬ ਦਾ ਭਾਣਾ ਸੀ, ਉਹਨੇ ਮੈਨੂੰ ਚੁਣਿਆ ਸੀ ਇਸ ਕੰਮ ਵਾਸਤੇ, ਤਾਂ ਮੇਰੇ ਤੇ ਇਹ ਕਿਰਪਾ ਹੋਈ। ਸਤਿਗੁਰੂ ਜੀ ਕਿਰਪਾ ਕਰਨ। ਬੋਲਦਿਆਂ ਦਾਸ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਰੂਪ ਸੰਗਤ ਬਖਸ਼ਣਯੋਗ ਹੋ ਜੀ। ਬਖਸ਼ ਦੇਣਾ ਬਹੁਤ ਸੁੰਦਰ ਉਪਰਾਲਾ ਹੈ IIGS ਇਸ ਸੰਸਥਾ ਦਾ। ਸਤਿਗੁਰੂ ਜੀ ਇਸ ਸੰਸਥਾ ਨੂੰ ਹੋਰ ਬਲ ਬਖਸ਼ਣ, ਇਹਦੇ ਪ੍ਰਬੰਧਕਾਂ ਨੂੰ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ ਕੇ ਇਸੇ ਤਰ੍ਹਾਂ ਹੀ ਧਰਮ ਦੇ ਕਾਰਜਾਂ ਵਿੱਚ ਲਾਈ ਰੱਖਣ, ਤਾਂ ਜੋ ਇਹ ਦੇਸ਼ ਕੌਮ ਦੀ ਸੇਵਾ ਇਸੇ ਤਰ੍ਹਾਂ ਹੀ ਕਰਦੇ ਰਹਿਣ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ